ਗੁਰੂ ਰੂਪਿਆਰੀ ਸਾਧ ਸੰਗਤ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਭਾਈ ਸਾਹਿਬ ਭਾਈ ਵੀਰ ਸਿੰਘ ਜੀ ਦੀ ਇੱਕ ਜੀਵਨ ਝਲਕ ਹੈ, ਜਿਸ ਵਿੱਚ ਡੇਰਾ ਸੰਤ ਅਮੀਰ ਸਿੰਘ ਜੀ ਦੇ ਮਹੰਤ ਅਤੇ ਭਾਈ ਸਾਹਿਬ ਜੀ ਦੀ ਮਿਲਣੀ ਦਾ ਜ਼ਿਕਰ ਹੈ। ਆਓ ਪਿਆਰ ਨਾਲ ਸਰਵਣ ਕਰਨ ਦੀ ਕੋਸ਼ਿਸ਼ ਕਰੀਏ ਜੀ, ਜਿਸ ਦਾ ਸਿਰਲੇਖ ਹੈ ਡੇਰਾ ਸੰਤ ਅਮੀਰ ਸਿੰਘ ਜੀ ਤੇ ਭਾਈ ਸਾਹਿਬ। ਕਟੜਾ ਕਰਮ ਸਿੰਘ ਅੰਮ੍ਰਿਤਸਰ ਵਿਖੇ ਗਲੀ ਦਾ ਨਾਮ ਸਤੋਂ ਵਾਲੀ ਗਲੀ ਹੈ। ਪਤਾ ਨਹੀਂ ਉਹ ਕਿਹੜੀ ਸੁਭਾਗੀ ਮਾਈ ਸਤੋ ਸੀ, ਜਿਸ ਦੇ ਨਾਮ ਤੇ ਇਸ ਗਲੀ ਦਾ ਨਾਮ ਪਿਆ, ਤੇ ਜਿੱਥੇ ਸੰਤ ਅਮੀਰ ਸਿੰਘ ਜੀ ਨੇ ਆਪਣੀ ਕੁਟੀਆ ਬਣਾਈ, ਜੋ ਨਾਮ ਬਾਣੀ ਦੀ ਗੂੰਜ ਦੇਂਦੀ ਹੋਈ ਅੱਜ ਉਹ ਕੱਚੀ ਕੁਟੀਆ ਬੜੇ ਸ਼ਾਨਦਾਰ ਡੇਰੇ ਦੇ ਰੂਪ ਵਿੱਚ ਵਿਦਮਾਨ ਤੇ ਪ੍ਰਸਿੱਧ ਹੋ ਗਈ ਹੈ। ਪਤਾ ਲੱਗਾ ਹੈ ਕਿ ਸੰਤ ਅਮੀਰ ਸਿੰਘ, ਜੋ ਭਾਈ ਕਨਈਆ ਸਾਹਿਬ ਸੇਵਾਪੰਥੀ ਸੰਪਰਦਾਇ ਦੇ 6ਵੀਂ ਜਗ੍ਹਾ ਭਾਈ ਬੱਲੂ ਸਾਹਿਬ ਦੇ ਸ਼ਿਸ਼ ਸਨ, ਨੇ ਇਹ ਡੇਰਾ 1900 ਬਿਕਰਮੀ ਵਿੱਚ ਕੱਚੀ ਕੁਟੀਆ ਦੇ ਰੂਪ ਵਿੱਚ ਸਥਾਪਨ ਕੀਤਾ ਤੇ ਖੂਹ ਲਵਾਇਆ ਸੀ। ਆਪਣਾ ਨਿਰਬਾਹ ਉਹ ਮੁੰਜ ਕੁੱਟ ਵਾਣ ਵਟ ਕੇ ਕਰਦੇ ਰਹੇ। ਆਏ ਗਏ ਲੋੜਵੰਦ ਦੀ ਅੰਨ ਜਲ ਦੀ ਸੇਵਾ ਤੇ ਦੁਖੀ ਦੀ ਦਾਰੀ ਕਰਦੇ ਰਹੇ। ਇਹਨਾਂ ਤੋਂ ਪਿੱਛੋਂ ਡੇਰੇ ਦੇ ਮਹੰਤ ਭਾਈ ਜਵਾਹਰ ਸਿੰਘ ਜੀ ਹੋਏ, ਜੋ ਰਸੀਲੇ ਕੀਰਤਨੀਏ ਸਨ ਤੇ ਜਿਨ੍ਹਾਂ ਨੇ ਕੀਰਤਨ ਦੀ ਸਿੱਖਿਆ ਆਪਣੇ ਸ਼ਿਸ਼ ਬਾਬਾ ਉੱਤਮ ਸਿੰਘ ਜੀ ਨੂੰ ਦਿੱਤੀ, ਜੋ ਭਾਈ ਜਵਾਹਰ ਸਿੰਘ ਜੀ ਪਿੱਛੋਂ ਡੇਰੇ ਦੇ ਮਹੰਤ ਬਣੇ। ਇਹਨਾਂ ਦੇ ਪਾਸ ਭਾਈ ਜਵਾਹਰ ਸਿੰਘ ਜੀ ਇੱਕ ਹੋਰ ਉੱਤਮ ਪੁਰਖ ਗਿਆਨੀ ਅਮੀਰ ਸਿੰਘ ਜੀ ਦੀ ਸੌਂਪਣਾ ਕੀਤੀ। ਗਿਆਨੀ ਅਮੀਰ ਸਿੰਘ ਜੀ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸੰਪਰਦਾਈ ਅਰਥਾਂ ਦੀ ਸੰਥਿਆ ਸ੍ਰੀਮਾਨ ਗਿਆਨੀ ਭਗਵਾਨ ਸਿੰਘ ਜੀ ਦੀ ਪਾਸੋਂ ਤੇ ਸ੍ਰੀ ਦਸਮ ਗ੍ਰੰਥ ਦੀ ਸੰਥਿਆ ਗਿਆਨੀ ਬਖਸ਼ੀਸ਼ ਸਿੰਘ ਜੀ ਪਾਸੋਂ ਪ੍ਰਾਪਤ ਕੀਤੀ। ਸੇਵਾ ਪੰਥੀ ਸੰਤਾਂ ਦਾ ਆਮ ਨਿਰਬਾਹ ਮੁੰਜ ਕੁੱਟ ਵਾਣ ਵਟ ਕੇ ਚੱਲਦਾ ਹੁੰਦਾ ਸੀ। ਗਿਆਨੀ ਜੀ ਵੀ ਇਹ ਕੰਮ ਕਰਦੇ ਰਹੇ ਸਨ, ਪਰ ਹੁਣ ਮਨਸ਼ਾ ਗੁਰਬਾਣੀ ਤੇ ਦਸਮ ਗ੍ਰੰਥ ਦੀ ਜੋ ਵਿਦਿਆ ਪ੍ਰਾਪਤ ਕੀਤੀ ਸੀ, ਉਸ ਨੂੰ ਅੱਗੇ ਵੰਡਣ ਵਰਤਨ ਦਾ ਹੋ ਗਿਆ, ਪਰ ਜੋ ਪਹਿਲੀ ਮਰਿਆਦਾ ਚਲੀ ਆ ਰਹੀ ਸੀ ਉਸ ਨੂੰ ਛੱਡਣਾ ਵੀ ਔਖਾ ਸੀ। ਸੋ ਵਿਚਾਰ ਹੋ ਕੇ ਗੁਰੂ ਮਹਾਰਾਜ ਦੇ ਹਜ਼ੂਰ ਪਰਚੀਆਂ ਪਾਈਆਂ ਗਈਆਂ ਕਿ ਮੁੰਜ ਵਟਣ ਦਾ ਕਾਰਜ ਹੀ ਕੀਤਾ ਜਾਏ ਜਾਂ ਗੁਰਬਾਣੀ ਦੀ ਕਥਾ ਦੇ ਪ੍ਰਵਾਹ ਦਾ। ਅਰਦਾਸਾ ਸੋਚ ਕੇ ਜਦ ਪਰਚੀ ਚੁੱਕੀ ਗਈ ਤਾਂ ਪਰਚੀ ਕਥਾ ਕਰਨ ਦੀ ਆਗਿਆ ਨਿਕਲੀ, ਤਾਂ ਆਪ ਨੇ ਇਹ ਕਾਰਜ ਸ਼ੁਰੂ ਕਰ ਦਿੱਤਾ। ਇਹ ਗੱਲ ਸੰਮਤ 1951 ਸਨ 1894 ਦੀ ਹੈ। ਗੁਰੂ ਸੰਪਤੀ ਪ੍ਰਾਪਤ ਕਰਕੇ ਆਪ ਨੇ ਹਰ ਰੋਜ਼ ਸਵੇਰੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਕਥਾ ਕਰਨੀ, ਵਿਦਿਆਰਥੀਆਂ ਨੂੰ ਗੁਰਬਾਣੀ ਦੇ ਸੰਪਰਦਾਈ ਅਰਥਾਂ ਦੀ ਸੰਥਿਆ ਦੇਣੀ ਆਰੰਭ ਦਿੱਤੀ, ਤੇ ਇਉਂ ਹਰ ਸਾਲ ਸਮਗਰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਕਥਾ ਦਾ ਇੱਕ ਭੋਗ ਪਾਇਆ ਕਰਦੇ ਸਨ। ਤੇ ਆਪਣੀ ਆਯੂ ਵਿੱਚ ਪਤਾ ਲੱਗਾ ਹੈ ਕਿ 60 ਕਥਾ ਦੀ ਸਮਾਪਤੀ ਹੋਈ। ਨਾ ਨਿਰਾ ਇਹ, ਸਗੋਂ ਦਿਨੇ ਸ੍ਰੀ ਦਸਮ ਗ੍ਰੰਥ ਆਦਿ ਅਨੇਕਾਂ ਗ੍ਰੰਥਾਂ ਦੀ ਸੰਥਿਆ ਵੀ ਵਿਦਿਆਰਥੀਆਂ ਨੂੰ ਨਾਲੋਂ ਨਾਲ ਦਿੰਦੇ ਰਹਿੰਦੇ ਸਨ। ਇਉਂ ਲਗਭਗ ਸਾਰਾ ਦਿਨ ਉਹ ਇਸੇ ਸ਼ੁਭ ਤੇ ਪਵਿੱਤਰ ਕਾਰਜ ਵਿੱਚ ਰੁੱਝੇ ਰਹਿੰਦੇ ਸਨ, ਤੇ ਹਜ਼ਾਰਾਂ ਵਿਦਿਆਰਥੀਆਂ ਨੇ ਆਪ ਜੀ ਪਾਸੋਂ ਗੁਰੂ ਘਰ ਦੀ ਇਹ ਮਹਾਨ ਉੱਤਮ ਵਿਦਿਆ ਪ੍ਰਾਪਤ ਕੀਤੀ। ਗਿਆਨੀ ਅਮੀਰ ਸਿੰਘ ਜੀ 17/10/1954 ਨੂੰ ਲਗਭਗ 84 ਸਾਲ ਦੀ ਵਰੇਸ ਵਿੱਚ ਗੁਰਪੁਰੀ ਚੜ੍ਹਾਈਆਂ ਕਰ ਗਏ। ਭਾਈ ਸਾਹਿਬ ਜੀ ਤੇ ਉਹਨਾਂ ਦੇ ਬਜ਼ੁਰਗਾਂ ਦਾ ਇਸ ਡੇਰੇ ਨਾਲ ਖਾਸ ਸੁਨੇਹ ਰਿਹਾ ਹੈ, ਤੇ ਗਿਆਨੀ ਜੀ ਦੇ ਸ਼ੁਭ ਉਦਮ ਨੂੰ ਆਪ ਪ੍ਰਸ਼ੰਸਾ ਦੀ ਨਜ਼ਰ ਨਾਲ ਦੇਖਦੇ ਸਨ। ਡਾਕਟਰ ਚਰਨ ਸਿੰਘ ਜੀ ਦੇ ਚੜ੍ਹਾਈ ਕਰ ਜਾਣ ਪਿੱਛੋਂ ਲਗਭਗ ਹਰ ਸਾਲ ਉਹਨਾਂ ਦੀ ਪਿਆਰੀ ਯਾਦ ਵਿੱਚ ਪਾਠ ਤਾਂ ਆਪਣੇ ਗ੍ਰਹਿ ਹੀ ਹੁੰਦਾ, ਪਰ ਲੰਗਰ ਗਿਆਨੀ ਅਮੀਰ ਸਿੰਘ ਜੀ ਦੇ ਡੇਰੇ ਭਾਈ ਸਾਹਿਬ ਜੀ ਦੇ ਖਰਚ ਤੇ ਕੀਤਾ ਜਾਂਦਾ ਸੀ। ਇਨ੍ਹਾਂ ਅੱਖਰਾਂ ਦਾ ਲੇਖਕ 1926 ਵਿੱਚ ਭਾਈ ਸਾਹਿਬ ਜੀ ਪਾਸ ਮੁਲਾਜ਼ਮ ਹੋਇਆ ਤਾਂ ਇਸ ਦੀ ਨਿਯੁਕਤੀ ਗੁਰਪ੍ਰਤਾਪ ਸੂਰਜ ਗ੍ਰੰਥ ਦੀ ਛਪਾਈ ਦੇ ਸੰਬੰਧ ਵਿੱਚ ਹੋਈ ਸੀ। ਉਹਨਾਂ ਦਿਨਾਂ ਵਿੱਚ ਗਿਆਨੀ ਅਮੀਰ ਸਿੰਘ ਜੀ ਦੁਪਹਿਰੇ 2 ਵਜੇ ਦੇ ਆਨਮਾਨ ਗੁਰਪ੍ਰਤਾਪ ਸੂਰਜ ਗ੍ਰੰਥ ਦੀ ਸੰਥਿਆ ਵੀ ਵਿਦਿਆਰਥੀਆਂ ਨੂੰ ਦਿੱਤਾ ਕਰਦੇ ਸਨ। ਤਦੋਂ ਇਹ ਯੋਗ ਸਮਝਿਆ ਗਿਆ ਕਿ ਦਾਸ ਵੀ ਇਹ ਸੰਥਿਆ ਪ੍ਰਾਪਤ ਕਰੇ, ਤਾਂ ਕਿ ਗੁਰਪ੍ਰਤਾਪ ਸੂਰਜ ਗ੍ਰੰਥ ਨੂੰ ਸਮਝਣ ਤੇ ਇਸ ਦੇ ਪ੍ਰੂਫ ਆਦਿ ਪੜ੍ਹਨ ਦੇ ਕਾਰਜ ਵਿੱਚ ਸਹਾਈ ਹੋ ਸਕੇ। ਸੋ ਇਹ ਸੰਥਿਆ ਲਗਭਗ 1 ਸਾਲ ਲੀਤੀ। ਉਹਨਾਂ ਦਿਨਾਂ ਵਿੱਚ ਦੇਖਿਆ ਕਿ ਕਈ ਵਾਰ ਗਿਆਨੀ ਜੀ ਨੂੰ ਤੇ ਮਹੰਤ ਸਾਹਿਬ ਜੀ ਨੂੰ ਭਾਈ ਸਾਹਿਬ ਜੀ ਨੇ ਆਪਣੇ ਗ੍ਰਹਿ ਬੁਲਾਉਣਾ ਤੇ ਪ੍ਰਸ਼ਾਦ ਛਕਾਉਣਾ। ਕਦੇ ਕਦੇ ਆਪ ਉਹਨਾਂ ਦੇ ਡੇਰੇ ਵੀ ਮਿਲਣ ਜਾਂਦੇ ਰਹੇ।
ਜੂਨ 1953 ਵਿੱਚ ਸ੍ਰੀਮਾਨ ਸੰਤ ਕਰਤਾਰ ਸਿੰਘ ਜੀ ਕਮਾਲੀਏ ਵਾਲੇ, ਜਿਨ੍ਹਾਂ ਨੇ ਵੀ ਇਸੇ ਸੰਪਰਦਾਈ ਪਾਠਸ਼ਾਲਾ ਤੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਦੇ ਅਰਥਾਂ ਦੀ ਵਿਦਿਆ ਪ੍ਰਾਪਤ ਕੀਤੀ ਸੀ, ਗਿਆਨੀ ਜੀ ਨੂੰ ਤੇ ਮਹੰਤ ਸਾਹਿਬ ਨੂੰ ਮਿਲਣ ਗਏ। ਉਹਨਾਂ ਰਾਹੀਂ ਮਹੰਤ ਉੱਤਮ ਸਿੰਘ ਜੀ ਦਾ ਸੰਦੇਸ਼ ਭਾਈ ਸਾਹਿਬ ਜੀ ਨੂੰ ਆਇਆ ਕਿ ਮੈਂ ਆਪ ਜੀ ਦੇ ਦਰਸ਼ਨ ਕਰਨਾ ਚਾਹੁੰਦਾ ਹਾਂ, ਦੱਸ ਭੇਜੋ ਕਦੋਂ ਹਾਜ਼ਰ ਹੋਵਾਂ। ਭਾਈ ਸਾਹਿਬ ਜੀ ਨੇ ਉੱਤਰ ਵਿੱਚ ਕਹਿ ਭੇਜਿਆ ਕਿ ਤੁਸੀਂ ਨਹੀਂ ਖੇਚਲ ਕਰਨੀ, ਅਸੀਂ ਆਪ ਤੁਸਾਂ ਪਾਸ ਆਵਾਂਗੇ। ਅਗਲੇ ਦਿਨ 23 ਜੂਨ ਨਿਮਾਣੀ ਇਕਾਦਸ਼ੀ ਵਾਲੇ ਦਿਨ ਭਾਈ ਸਾਹਿਬ ਜੀ ਸੰਤ ਕਰਤਾਰ ਸਿੰਘ ਜੀ ਕਮਾਲੀਏ ਵਾਲੇ ਤੇ ਇਹਨਾਂ ਅੱਖਰਾਂ ਦਾ ਲੇਖਕ ਮਹੰਤ ਸਾਹਿਬ ਜੀ ਨੂੰ ਮਿਲਣ ਗਏ। ਮਹੰਤ ਸਾਹਿਬ ਦੀ ਉਸ ਵੇਲੇ ਆਯੂ ਲਗਭਗ 100 ਬਰਸ ਦੀ ਸੀ। ਬ੍ਰਿਧ ਅਵਸਥਾ ਹੋਣ ਕਾਰਨ ਉਹਨਾਂ ਨੂੰ ਕੋਠੀ ਬੁਲਾਉਣ ਦੀ ਖੇਚਲ ਭਾਈ ਸਾਹਿਬ ਜੀ ਨੇ ਨਹੀਂ ਸੀ ਦਿੱਤੀ। ਭਾਈ ਸਾਹਿਬ ਆਪਣੇ ਨਾਲ ਮਹੰਤ ਸਾਹਿਬ ਜੀ ਲਈ ਬਦਾਮ, ਇਲਾਚੀਆਂ, ਅੰਬ ਤੇ ਉਹਨਾਂ ਦੇ ਲੰਗਰ ਲਈ ਆਪਣੇ ਬਾਗ ਦਾ ਇੱਕ ਹਲਵਾ ਲੈ ਗਏ। ਮਹੰਤ ਸਾਹਿਬ ਨੇ ਉੱਠ ਕੇ ਸਵਾਗਤ ਕੀਤਾ, ਪਰ ਮਹੰਤ ਸਾਹਿਬ ਕੰਬ ਰਹੇ ਸਨ। ਕਹਿਣ ਲੱਗੇ, ਤੁਸੀਂ ਬੜੀ ਖੇਚਲ ਕੀਤੀ, ਆਪ ਦੇ ਦਰਸ਼ਨ ਕਰਕੇ ਮੈਂ ਰੋਮਾਂਚ ਹੋ ਗਿਆ ਹਾਂ ਤੇ ਮੈਨੂੰ ਕਾਂਬਾ ਛਿੜ ਪਿਆ ਹੈ। ਭਾਈ ਸਾਹਿਬ ਜੀ ਨੇ ਜਫੀ ਵਿੱਚ ਲੀਤਾ, ਪਿਆਰ ਕਰਕੇ ਆਰਾਮ ਨਾਲ ਬਿਠਾਇਆ ਤੇ ਫਿਰ ਬਚਨ ਬਿਲਾਸ ਹੋਏ। ਆਨੰਦ ਕੁਸ਼ਲ ਪੁੱਛੀ ਦੱਸੀ। ਮਹੰਤ ਸਾਹਿਬ ਜੀ ਨੇ ਕਿਹਾ, ਅਸੀਂ ਤਾਂ ਹੁਣ ਰੁਖੜਾ ਨਦੀ ਕਿਨਾਰੇ ਹਾਂ। ਆਪਣੇ ਪੋਤਰੇ ਚੇਲੇ ਸੰਤ ਕਿਰਪਾਲ ਜੀ ਵੱਲ ਇਸ਼ਾਰਾ ਕਰਕੇ ਕਿਹਾ, ਇਸ ਨੂੰ ਕੋਈ ਸਿੱਖ ਮਤ ਤੇ ਅਸੀਸ ਦਿਓ ਕਿ ਇਸ ਦਾ ਜੀਵਨ ਸਾਡੇ ਪਿੱਛੋਂ ਸੋਹਣਾ, ਪਵਿੱਤਰ ਤੇ ਬੇਦਾਗ ਨਿਭ ਜਾਏ। ਮਹੰਤ ਸਾਹਿਬ ਨੇ ਆਪਣੇ ਜੀਵਨ ਦੇ ਹਾਲਾਤ ਦੱਸਦਿਆਂ ਕਿਹਾ, ਮੇਰੇ ਪੂਜੇ ਮਹੰਤ ਸਾਹਿਬ ਭਾਈ ਜਵਾਹਰ ਸਿੰਘ ਜੀ ਨੇ ਆਪਣੇ ਚੜ੍ਹਾਈ ਕਰਨ ਵੇਲੇ 1-2 ਵਾਕ ਮੈਨੂੰ ਐਸੇ ਕਹੇ ਸੀ ਜੋ ਮੇਰੀ ਸਾਰੀ ਉਮਰ ਰੱਖਿਆ ਕਰਦੇ ਰਹੇ ਹਨ। ਉਹ ਆਪਣੇ ਅੰਤ ਸਮੇਂ ਮੇਰਾ ਹੱਥ ਫੜ ਕੇ ਕਹਿਣ ਲੱਗੇ, ਦੇਖੋ ਜੀਵਨ ਬੜਾ ਪਵਿੱਤਰ ਬਿਤਾਉਣਾ, ਆਚਰਣ ਦੇ ਬਲੀ ਹੋਣਾ, ਵੇਖਣਾ ਕਿਤੇ ਸਾਡੇ ਨਾਮ ਨੂੰ ਦਾਗ ਨਾ ਲਗਾ ਦੇਣਾ। ਇਹ ਲਫ਼ਜ਼ ਇਤਨੇ ਜ਼ੋਰਦਾਰ ਸਨ ਕਿ ਸਾਰੀ ਉਮਰ ਇਹਨਾਂ ਨੇ ਮੇਰੀ ਰੱਖਿਆ ਕੀਤੀ। ਮਹੰਤ ਸਾਹਿਬ ਦਾ ਮਨੋਰਥ ਸਪਸ਼ਟ ਸੀ ਕਿ 5 ਵਿਸ਼ਿਆਂ ਤੇ ਵਸੀਕਾਰ ਰੱਖਣਾ ਹੈ, ਇਹਨਾਂ ਨੂੰ ਨਿਹਣ ਕੇ ਰੱਖਣਾ ਹੈ ਤੇ ਇਹਨਾਂ ਦੇ ਹੱਥ ਨਹੀਂ ਵਿਕਣਾ, ਤਾਂ ਕਿ ਜਿਨ੍ਹਾਂ ਦੀ ਗੱਦੀ ਤੇ ਤੁਸੀਂ ਬੈਠੇ ਹੋ ਉਹਨਾਂ ਦਾ ਅਪਜਸ ਨਾ ਹੋਵੇ। ਜੋ ਆਚਰਣ ਤੋਂ ਡਿੱਗਦੇ ਹਨ ਉਹਨਾਂ ਬਾਰੇ ਲੋਕੀ ਇਹ ਕਹਿੰਦੇ ਹਨ, ਅਮਕੇ ਦਾ ਚੇਲਾ ਜਾਂ ਅਮਕੇ ਦਾ ਪੁੱਤਰ ਆਚਰਣਹੀਣ ਹੋ ਗਿਆ ਹੈ। ਭਾਈ ਸਾਹਿਬ ਜੀ ਨੇ ਗੁਰਮੁਖ ਦੀ ਰਹਿਣੀ ਤੇ ਗੁਰਮੁਖ ਆਦਰਸ਼ ਤੇ ਚਾਨਣਾ ਪਾਉਂਦਿਆਂ ਕਿਹਾ, ਗੁਰਮੁਖ ਉਹ ਹੈ ਜੋ ਮਨ ਦੀਆਂ ਚੋਰੀਆਂ ਦਾ ਜਾਣੂ ਹੋਵੇ। ਜਿਹੜਾ ਜਾਣੂ ਹੋਵੇਗਾ ਉਹ ਉਹਨਾਂ ਤੋਂ ਬਚਣ ਦਾ ਵੀ ਯਤਨ ਕਰੇਗਾ। ਫਿਰ ਆਪ ਨੇ ਸੰਤ ਕਿਰਪਾਲ ਸਿੰਘ ਜੀ ਨੂੰ ਸਿੱਖਿਆ ਮਾਤਰ ਕੁਝ ਬਚਨ ਕੀਤੇ, ਨਾਮ ਬਾਣੀ ਦੇ ਪ੍ਰੇਮ ਤੇ ਆਚਰਣ ਉਚਤਾ ਦੀ ਸਿੱਖਿਆ ਦਿੱਤੀ ਤੇ ਸਮਝਾਇਆ ਕਿ ਇਕੱਲੇ ਕਦੇ ਨਹੀਂ ਰਹਿਣਾ ਤੇ ਇਕੱਲੇ ਇਸਤਰੀਆਂ ਨੂੰ ਕਦੇ ਨਹੀਂ ਮਿਲਣਾ। ਜਦ ਮਿਲੋ 2-4 ਸੰਗੀ ਸਾਥੀ ਨਾਲ ਹੋਣ, ਫਿਰ ਉਹਨਾਂ ਨੂੰ ਗੁਰਮਤਿ ਦੀ, ਗੁਰਸਿੱਖੀ ਦੀ, ਨਾਮ ਬਾਣੀ ਦੇ ਪ੍ਰੇਮ ਦੀ ਸਿੱਖਿਆ ਦਿਓ। ਇਹ ਤਰੀਕਾ ਹੈ ਆਚਰਣ ਪਵਿੱਤਰ ਰੱਖਣ ਦਾ ਤੇ ਮੰਦ ਵਾਸ਼ਨਾ ਤੋਂ ਬਚਣ ਦਾ। ਮਹੰਤ ਸਾਹਿਬ ਨੇ ਕਿਹਾ ਕਿ ਅਨੇਕ ਜਗਿਆਸੂ ਆਉਂਦੇ ਹਨ ਤੇ ਕਹਿੰਦੇ ਹਨ ਮਨ ਨਹੀਂ ਟਿਕਦਾ, ਜੋ ਕੁਝ ਮਨ ਕਹੇ ਕਰਨਾ ਪੈਂਦਾ ਹੈ। ਤੁਸੀਂ ਦੱਸੋ, ਮਨ ਦੇ ਆਖੇ ਲੱਗਣਾ ਚਾਹੀਦਾ ਹੈ ਕਿ ਨਹੀਂ? ਭਾਈ ਸਾਹਿਬ ਜੀ ਨੇ ਦੱਸਿਆ, ਮਨ ਦੇ ਆਖੇ ਲੱਗਣਾ ਮਨਮੁਖਤਾ ਹੈ ਜੋ ਗੁਰਬਾਣੀ ਵਿੱਚ ਪ੍ਰਵਾਨ ਨਹੀਂ ਕੀਤੀ ਗਈ। ਮਨ ਨੂੰ ਗੁਰਬਾਣੀ ਦੇ ਕੁੰਡੇ ਹੇਠ ਰੱਖ ਕੇ ਟੋਰਨਾ ਚਾਹੀਦਾ ਹੈ। ਸਤਿਗੁਰ ਨੇ ਜੋ ਰਸਤੇ ਗੁਰਬਾਣੀ ਵਿੱਚ ਸੁਝਾਏ ਹਨ ਉਹਨਾਂ ਤੇ ਚੱਲਣਾ ਤੇ ਜੀਵਨ ਦਾ ਲਾਹਾ ਲੈਣਾ ਹੈ। ਇਸ ਪ੍ਰਕਾਰ ਪਿਆਰ ਵਿਚਾਰ ਕਰਕੇ ਭਾਈ ਸਾਹਿਬ ਜੀ ਮਹੰਤ ਸਾਹਿਬ ਜੀ ਤੋਂ ਵਿਦਾ ਹੋਏ। ਮਹੰਤ ਉੱਤਮ ਸਿੰਘ ਜੀ 31 ਦਸੰਬਰ 1960 ਨੂੰ ਲਗਭਗ 110 ਸਾਲ ਦੀ ਬਰੇਸ ਵਿੱਚ ਚੜ੍ਹਾਈਆਂ ਕਰ ਗਏ। ਹੁਣ ਉਹਨਾਂ ਦੀ ਥਾਵੇਂ ਗਿਆਨੀ ਕਿਰਪਾਲ ਸਿੰਘ ਜੀ ਮਹੰਤ ਹਨ, ਜੋ ਸੰਪਰਦਾਈ ਅਰਥਾਂ ਦੀ ਕਥਾ ਸ੍ਰੀਮਾਨ ਗਿਆਨੀ ਅਮੀਰ ਸਿੰਘ ਜੀ ਵਾਂਗ ਕਰਦੇ ਹੋਏ ਉਸੇ ਪਵਿੱਤਰ ਪ੍ਰਵਾਹ ਨੂੰ ਸੋਹਣੀ ਤਰ੍ਹਾਂ ਜਾਰੀ ਰੱਖ ਰਹੇ ਹਨ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।